ਸਤਿ ਸ਼੍ਰੀ ਅਕਾਲ। ਨਵਾਂ ਜ਼ਮਾਨਾ ਟੀਵੀ ਦੇ ਪ੍ਰੋਗਰਾਮ ਕਾਨੂੰਨੀ ਜਾਣਕਾਰੀ ਵਿੱਚ ਅੱਜ ਅਸੀਂ ਬੱਚਿਆਂ ਦੇ ਅਧਿਕਾਰ ਬਾਰੇ ਗੱਲ ਕਰਾਂਗੇ। ਸੋ ਆਓ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ ਇਸ ਵਿਸ਼ੇ ਉੱਤੇ ਚਰਚਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਸਾਨੂੰ ਇਹ ਦੱਸੋ ਕਿ ਬੱਚਿਆਂ ਦੀ ਵੀ ਕੋਈ ਅਧਿਕਾਰ ਹਨ ਤੇ ਜੇ ਹਨ ਤਾਂ ਉਹ ਕਿਹੜੇ-ਕਿਹੜੇ ਨੇ? ਦੇਖੋ ਜੀ, ਬੱਚਿਆਂ ਨੂੰ ਜਿਹੜੇ ਅਧਿਕਾਰ ਮਿਲੇ ਆ ਉਹ ਹਿੰਦੂ ਵਿਰਾਸਤ ਐਕਟ ਦੇ ਮੁਤਾਬਕ ਮਿਲੇ ਹੋਏ ਆ। ਜਿਹੜਾ ਇਹ ਤੋਂ ਸਾਰੇ ਬੰਦੇ, ਸਾਰੇ ਲੋਕ ਜਿਹੜੇ ਆ ਉਹ ਕਵਰ ਹੁੰਦੇ ਆ ਜਿਹੜੇ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਆ। ਜਿਵੇਂ ਹਿੰਦੂਆਂ ਵਿੱਚ ਜਿਹੜੇ ਜੱਟ ਆ, ਕਮਿਊਨਿਟੀ ਆ, ਉਹ ਵੀ ਆ ਜਾਂਦੇ ਆ ਤੇ ਬਾਕੀ ਵੀ ਆ ਜਾਂਦੇ। ਜਿਹੜੇ ਵੀ ਇਹ ਕਵਰ ਕਰਦੇ ਆ, ਜਿਨ੍ਹਾਂ ਨੂੰ ਵੀ ਬੋਧੀ, ਜੈਨੀ, ਜਿਨ੍ਹਾਂ ਦੇ ਤੇ ਹਿੰਦੂ ਧਰਮ ਲੱਗਦਾ, ਉਹ ਧਰਮ ਦੇ ਮੁਤਾਬਕ ਹਿੰਦੂ ਵਿਰਾਸਤ ਐਕਟ ਲੱਗਦਾ ਕਿ ਉਹਦੇ ਮੁਤਾਬਕ ਇੱਕ ਬੱਚੇ ਦੇ ਵੀ ਜਿਹੜੇ ਅਧਿਕਾਰ ਆ ਉਹ ਨਿਰਧਾਰਿਤ ਕੀਤੇ ਗਏ ਹਨ। ਜਿਵੇਂ ਜਦੋਂ ਬੱਚਾ ਜਨਮ ਲੈਂਦਾ ਹੈ, ਯਾਦ ਰੱਖਣ ਯੋਗ ਗੱਲ ਹੈ, ਜਦੋਂ ਹੀ ਬੱਚਾ ਜਨਮ ਲੈਂਦਾ ਹੈ ਤਾਂ ਉਸ ਘਰ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਜਿਸ ਤੋਂ ਜਨਮ ਲਿਆ ਹੈ ਉਹਦਾ ਇੱਕ ਹਿੱਸਾ ਜਿਹੜਾ ਆ ਉਸ ਵੇਲੇ ਹੀ ਕਾਇਮ ਹੋ ਜਾਂਦਾ ਹੈ। ਭਾਵ ਜਦੋਂ ਸੰਸਾਰ 'ਚ ਆਉਂਦਾ ਹੈ, ਉਹ ਬੱਚਾ ਮੇਲ ਹੋਵੇ ਜਾਂ ਫੀਮੇਲ ਹੋਵੇ, ਤੇ ਉਹਦਾ ਉਸ ਪਰਿਵਾਰ ਦੇ ਵਿੱਚ ਜਿਹੜੀ ਜਾਇਦਾਦ ਆ, ਜਿਹੜੀ ਜੱਦੀ ਜਾਇਦਾਦ ਆ, ਉਹਦੇ ਵਿੱਚ ਇੱਕ ਹਿੱਸਾ ਜਿਹੜਾ ਕਾਇਮ ਹੋ ਜਾਂਦਾ। ਹੁਣ ਇੱਕ ਹਿੱਸੇ ਦਾ ਕੀ ਮਤਲਬ ਆ? ਮੰਨ ਲਓ ਪਰਿਵਾਰ ਵਿੱਚ ਪਹਿਲਾਂ 5 ਜੀ ਮੌਜੂਦ ਆ, 3 ਬੱਚੇ, ਮਾਂ ਪਿਓ ਕਰਕੇ 5 ਜਣੇ ਮੌਜੂਦ ਆ, ਤੇ ਇਹ ਬੱਚੇ ਦਾ 6ਵਾਂ ਹਿੱਸਾ ਹੋ ਜਾਏਗਾ। ਜੇ 2 ਜੀ ਮੌਜੂਦ ਆ ਤੇ ਇਹਦਾ 30ਵਾਂ ਹਿੱਸਾ ਹੋਗਾ। ਪਹਿਲਾਂ ਜਿੰਨੇ ਹਿੱਸੇ ਹੈਗੇ ਆ ਉਹਦੇ ਵਿੱਚ ਇੱਕ ਹਿੱਸਾ ਜਿਹੜਾ ਹੋਰ ਬਣ ਜਾਣਾ, ਉਹ ਜ਼ਮੀਨ ਉਹਨੇ ਹੋਰ ਹਿੱਸਿਆਂ ਵਿੱਚ ਵੰਡੀ ਜਾਣੀ ਆ। ਤੇ ਜਨਮ ਤੋਂ ਬਾਅਦ ਜਿਹੜਾ ਬੱਚਾ ਜੰਮਦਾ ਉਹਦੇ ਨਾਲ ਹੀ ਉਹਦੇ ਹੱਕ ਜਿਹੜੇ ਸ਼ੁਰੂ ਹੋ ਜਾਂਦੇ ਆ। ਪਰ ਉਹ 'ਚ ਹੁੰਦੇ, ਯਾਦ ਰੱਖੋ, ਜਿਹੜੀ ਜੱਦੀ ਜਾਇਦਾਦ ਆ, ਜਿਹੜੀ ਜਾਇਦਾਦ ਉਸ ਦੇ ਬਾਪ ਨੇ ਕਮਾਈ ਹੈ, ਉਹਦੀ ਮਰਜ਼ੀ ਆ ਉਹਨੂੰ ਦੇਵੇ ਜਾਂ ਨਾ ਦੇਵੇ। ਪਰ ਜਿਹੜੀ ਜੱਦੀ ਜਾਇਦਾਦ ਆ, ਜੱਦੀ ਜਾਇਦਾਦ ਦਾ ਮਤਲਬ ਆ ਜਿਹੜੀ ਉਹਨੂੰ ਵਿਰਸੇ 'ਚ ਮਿਲੀ ਆ, ਜਿਹੜੀ ਉਹਨ ਦਾਦੇ ਤੋਂ, ਬਾਬੇ ਤੋਂ, ਪੜਦਾਦੇ ਤੋਂ ਜਿਹੜੀ ਆਈ ਆ, ਬਾਪ ਤੋਂ ਆਈ ਆ, ਜਿਹੜੀ ਉਹਨੂੰ ਜ਼ਮੀਨ ਆਈ ਆ, ਜਾਇਦਾਦ ਆਈ ਆ। ਜਾਇਦਾਦ ਕਈ ਵਿੱਚ ਵੀ ਹੋ ਸਕਦੀ ਆ, ਮਕਾਨ ਹੋ ਸਕਦੇ ਆ, ਖੇਤ ਹੋ ਸਕਦੇ ਆ, ਚੱਲ ਵੀ ਹੋ ਸਕਦੀ ਤੇ ਅਚਲ ਵੀ ਹੋ ਸਕਦੀ ਹੈ। ਅਚਲ ਜਾਇਦਾਦ ਉਹ ਹੁੰਦੀ ਆ ਜਿਹੜੀ ਚੀਜ਼ ਇੱਕ ਥਾਂ ਖੜੀ ਰਵੇ, ਜਿੱਦਾਂ ਮਕਾਨ ਵਗੈਰਾ ਜਾਂ ਖੇਤ ਵਗੈਰਾ ਹਨ। ਅਚਲ ਜਿਹੜੇ ਆ ਜਿੱਦਾਂ ਮੋਟਰ ਗੱਡੀਆਂ ਜਾਂ ਹੋਰ ਚੀਜ਼ਾਂ, ਜਿਹੜੀ ਇੱਕ ਥਾਂ ਤੋਂ ਦੂਜੇ ਥਾਂ ਵੀ ਕੀਤੀ ਜਾ ਸਕਦੀ ਆ, ਜਾਂ ਹੋ ਜਾਂਦੀ ਆ, ਜਾਂ ਲਿਜਾਈ ਜਾਂਦੀ ਹੈ, ਜਾਂ ਆਪਾਂ ਖੜ ਸਕਦੇ ਹਾਂ। ਉਸ ਕਰਕੇ ਉਹ ਜਿਹੜੀ ਜਾਇਦਾਦ ਹੈ, ਜਿਹੜੀ ਉਹਨੂੰ ਵਿਰਸੇ 'ਚੋਂ ਮਿਲੀ ਆ, ਉਹਦੇ ਬਾਪ ਨੂੰ ਵੀ ਵਿਰਸੇ 'ਚੋਂ ਮਿਲੀ ਆ, ਜਾਂ ਉਹਨੂੰ ਵਿਰਸੇ 'ਚ ਮਿਲੀ ਆ, ਉਹਦਾ ਇੱਕ ਹਿੱਸਾ ਜਿਹੜਾ ਉਹ ਬੱਚੇ ਨੂੰ ਮਿਲ ਜਾਂਦਾ ਹੈ। ਤੇ ਬੱਚਾ ਇੱਥੋਂ ਤੱਕ ਕਾਨੂੰਨ ਤੇ ਕਹਿੰਦਾ ਹੈ ਕਿ ਬਾਪ ਦੇ ਮਰਨ ਤੋਂ ਬਾਅਦ ਵੀ ਅਗਰ ਉਹਦੀ ਘਰਵਾਲੀ ਨੂੰ 9 ਮਹੀਨੇ ਦੇ ਵਿੱਚ ਨਵਾਂ ਬੱਚਾ ਜਿਹੜਾ ਜਨਮ ਲੈ ਲੈਂਦਾ ਹੈ ਤੇ ਉਹ ਵੀ ਉਹਦਾ ਹੱਕਦਾਰ ਹੋ ਜਾਂਦਾ ਹੈ। ਉਸ ਬੱਚੇ ਨੂੰ ਵੀ ਉਸ ਪਰਿਵਾਰ ਦਾ ਹੀ ਇੱਕ ਅੰਗ ਮੰਨਿਆ ਜਾਂਦਾ ਹੈ, ਇੱਕ ਬੱਚਾ ਮੰਨਿਆ ਜਾਂਦਾ ਹੈ। ਤੋਂ ਬੱਚੇ ਲਈ ਜਿੰਨੇ ਵੀ ਉਹਦੇ ਹੱਕ ਬਣਦੇ ਹਨ, ਖਾਸ ਕਰਕੇ ਜੱਦੀ ਜਾਇਦਾਦ ਦੇ ਵਿੱਚ, ਉਹ ਸੁਰੱਖਿਅਤ ਕੀਤੇ ਗਏ ਹਨ। ਇਸ ਕਰਕੇ ਤੁਸੀਂ ਜਿਹੜਾ ਸਮਝਣ ਵਾਲੀ ਗੱਲ ਆ, ਜਾਂ ਤੁਹਾਡੇ ਸਮਝਣ ਵਾਲੀ ਗੱਲ ਉਹ ਆ ਕਿ ਜਿਹੜੀ ਜਾਇਦਾਦ ਜੱਦੀ ਆ ਉਹਦੇ ਵਿੱਚ ਉਹਦਾ ਇੱਕ ਹਿੱਸਾ ਬਣ ਜਾਂਦਾ। ਜਿੰਨੇ ਬੰਦੇ ਹਿੱਸੇਦਾਰ ਹੋਣ ਉਹਦਾ ਇੱਕ ਹਿੱਸਾ ਵਾਧੂ ਵਿੱਚ ਪੈ ਕੇ ਉਹ ਉਹਦੇ ਹਿੱਸੇ ਵਿੱਚ ਵੰਡ ਹੋ ਜਾਂਦੀ ਆ। ਤੇ ਇਸ ਕਰਕੇ ਬੱਚੇ ਦੇ ਜਨਮ ਤੋਂ ਹੀ ਜਿਹੜੇ ਆ ਅਧਿਕਾਰ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ। ਸਰ ਬੱਚਿਆਂ ਨੂੰ ਉਹਨਾਂ ਦੇ ਅਧਿਕਾਰ ਕਿਵੇਂ ਮਿਲ ਸਕਦੇ? ਬੱਚੇ ਨੂੰ ਮਿਲਦਾ ਮਤਲਬ ਹੈ ਵੀ ਜਦੋਂ ਬੱਚੇ ਨੇ ਜਨਮ ਲੈਣਾ ਉਹ ਆਪਣੇ ਆਪ ਮਿਲ ਜਾਂਦੇ ਆ। ਉਹ ਬੱਚੇ ਦਾ ਤੁਹਾਨੂੰ ਦੱਸਿਆ ਜਦੋਂ ਦਾ ਇੱਕ ਹਿੱਸਾ ਆਇਆ, ਫਰਜ਼ ਕਰ ਲਓ ਵੀ ਬੱਚਾ ਹਲੇ ਸਾਲ ਦਾ ਹੋਇਆ, 6 ਮਹੀਨੇ ਦਾ ਹੋਇਆ, 2 ਮਹੀਨੇ ਦਾ ਹੋਇਆ, ਮਤਲਬ ਜਦੋਂ ਬੱਚਾ ਹੋਇਆ, ਮੰਨ ਲਓ ਵੀ ਉਹਦਾ ਬਾਪ ਜਿਹੜਾ ਗੁਜ਼ਰ ਜਾਂਦਾ, ਜਿਹਦੇ ਨਾਲ ਉਹ ਜਾਇਦਾਦ ਹੁੰਦੀ ਆ, ਤਾਂ ਉਹ ਜਦੋਂ ਜਾਇਦਾਦ ਵੰਡ ਹੋਣੀ ਆ ਤੇ ਉਹ ਉਹਨੂੰ ਉਦੋਂ ਹੀ ਹਿੱਸਾ ਇੱਕ ਮਿਲ ਜਾਣਾ। ਜਦੋਂ ਮਾਲਕੀ ਦੇ ਖਾਨੇ ਵਿੱਚ ਨਾਂ ਚੜ੍ਹਨਾ, ਇੰਤਕਾਲ ਚੜ੍ਹਨਾ, ਵੀ ਉਹਦੇ ਮਰਨ ਤੋਂ ਬਾਅਦ ਕੌਣ ਮਾਲਕ ਆ, ਉਹਦੇ ਵਿੱਚ ਉਸ ਬੱਚੇ ਦਾ ਵੀ ਹਿੱਸਾ ਚੜ੍ਹ ਜਾਣਾ, ਜਿਹੜਾ ਭਾਵੇਂ 2 ਦਿਨ ਦਾ ਜਾਂ 4 ਦਿਨ ਦਾ ਆ, ਜਾਂ ਮਹੀਨੇ ਦਾ ਆ, ਜਾਂ ਸਾਲ ਦਾ ਆ, ਜਾਂ 6 ਮਹੀਨਿਆਂ ਦਾ ਆ। ਉਹਦੇ ਨਾਲ ਉਮਰ ਨਾਲ ਕੋਈ ਸੰਬੰਧ ਨਹੀਂ। ਉਸ ਪਰਿਵਾਰ ਵਿੱਚ ਪੈਦਾ ਹੋਇਆ ਹੋਵੇ, ਉਹ ਇਤਰਾਜ਼ ਕੋਈ ਨਾ ਪਰਿਵਾਰਿਕ ਹੋਵੇ, ਤੇ ਉਹਦਾ ਉਸ ਵੇਲੇ ਹੀ ਉਹਦਾ ਜਿਹੜਾ ਹੈ ਉਹ ਉਹਦਾ ਹਿੱਸਾ ਬਣ ਜਾਂਦਾ ਹੈ ਉਸ ਪਰਿਵਾਰ ਦੇ ਵਿੱਚ।
ਯਾਨੀ ਜਨਮ ਤੋਂ ਹੀ ਉਹਦੇ ਅਧਿਕਾਰ ਜਿਹੜੇ ਆ ਉਹ ਬੱਚੇ ਦੇ ਸ਼ੁਰੂ ਹੋ ਜਾਂਦੇ ਆ ਤੇ ਇਸ ਕਰਕੇ ਉਹਨੂੰ ਮਿਲ ਜਾਂਦੇ ਆ। ਲੇਕਿਨ ਉਹਨੂੰ ਮਾਲਕੀ ਦੇ ਖਾਨੇ ਵਿੱਚ ਜਿਹੜੀ ਜਿਹਨੂੰ ਆਪਾਂ ਜਮਾਬੰਦੀ ਕਹਿੰਦੇ ਜਾਂ ਫਰਦ ਵੀ ਕਹਿੰਦੇ ਆ, ਫਰਦ ਵੀ ਜਮਾਬੰਦੀ ਦੀ ਨਕਲ ਨੂੰ, ਫਰਦ ਦਾ ਮਤਲਬ ਹੈ ਨਕਲ, ਉਰਦੂ ਦਾ ਲਫ਼ਜ਼ ਦਾ ਮਤਲਬ ਹੁੰਦਾ ਹੈ ਨਕਲ। ਤੇ ਜਦੋਂ ਵੀ ਤੁਸੀਂ ਨਕਲ ਫਰਦ ਲੈਂਦੇ ਆ ਜਾਂ ਜਮਾਬੰਦੀ ਦੀ ਨਕਲ ਲੈਂਦੇ ਆ ਤੇ ਉਹਦੇ ਵਿੱਚ ਮਾਲਕੀ ਦੇ ਖਾਨੇ ਵਿੱਚ ਨਾ ਉਦੋਂ ਆਉਂਦਾ ਜਦੋਂ ਬਾਪ ਦੀ ਮੌਤ ਹੋ ਜਾਵੇ ਜਾਂ ਜਿਹੜਾ ਮਾਲਕ ਆ ਉਹਦੀ ਮੌਤ ਹੋ ਜਾਵੇ। ਉਹ ਤੋਂ ਬਾਅਦ ਜਿਹੜੀ ਉਹਦੀ ਔਲਾਦ ਆ ਉਹ ਮਾਲਕੀ ਦੇ ਖਾਨੇ 'ਚ ਆ ਜਾਂਦੀ, ਉਹਦਾ ਨਾਮ ਬੋਲਣ ਲੱਗ ਪੈਂਦਾ ਤਾਂ ਬਣ ਜਾਂਦਾ। ਵੈਸੇ ਬਾਪ ਜਿੱਦਾਂ ਚਿਰ ਮਰਜ਼ੀ ਜਿੰਦਾ ਰਵੇ, ਜਦੋਂ ਬੱਚਾ ਹੈਗਾ ਤਾਂ ਉਹਦਾ ਹਿੱਸਾ ਜਿਹੜਾ ਉਹ ਬਣ ਜਾਂਦਾ ਹੈ, ਪਰ ਮਾਲਕੀ ਦੇ ਖਾਨੇ ਵਿੱਚ ਉਹਦਾ ਤਾਂ ਹੀ ਆਏਗਾ ਜਦੋਂ ਬਾਪ ਉਹਦਾ ਮਰ ਜਾਏਗਾ ਜਾਂ ਕੋਈ ਜ਼ਮੀਨ ਐਸੀ ਆ ਜਿਹੜੀ ਕਿਸੇ ਨੇ ਉਹਦੇ ਨਾਂ ਤੇ ਖਰੀਦੀ ਆ ਜਾਂ ਉਸ ਬੱਚੇ ਨੂੰ ਦੇਤੀ ਆ, ਉਹ ਬੱਚੇ ਦੇ ਨਾਂ ਬੋਲ ਸਕਦੀ ਆ। ਵੈਸੇ ਜਿਹੜੀ ਜ਼ਮੀਨ ਆ ਉਹ ਬਾਪ ਦੇ ਮਰਨ ਤੋਂ ਬਾਅਦ ਹੀ ਉਹਦੇ ਨਾਂ ਹੁੰਦੀ ਆ, ਪਰ ਹਿੱਸੇਦਾਰ ਉਹ ਉਦੋਂ ਤੋਂ ਹੀ ਬਣ ਜਾਂਦਾ ਹੈ ਜਿਸ ਦਿਨ ਤੋਂ ਉਹ ਮਤਲਬ ਜਨਮ ਲੈਂਦਾ ਹੈ। ਸਰ, ਜਿਵੇਂ ਕਿ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਵੱਡੇ ਹੋਣ ਤੱਕ ਉਹਨਾਂ ਦੇ ਅਧਿਕਾਰ ਨਹੀਂ ਮਿਲਦੇ, ਪਰ ਸਾਨੂੰ ਇਹ ਗੱਲ ਦੱਸੋ ਕਿ ਆਪਾਂ ਕਈ ਵਾਰ ਦੇਖਦੇ ਹਾਂ ਕਿ ਕਈ ਬੱਚੇ ਸੜਕਾਂ ਵਿੱਚ ਮਜ਼ਦੂਰੀ ਕਰਦੇ ਹਨ, ਤਾਂ ਇਹਨਾਂ ਬਾਰੇ ਵੀ ਕੋਈ ਕਾਨੂੰਨ ਜਾਂ ਕੋਈ ਹੋਰ ਚੀਜ਼ ਹੈਗੀ ਹੈ? ਤੁਹਾਡਾ ਮਤਲਬ ਇਹ ਆ, ਮੈਂ ਸਮਝਦਾ ਗੱਲ ਨੂੰ। ਹੁਣ ਬੱਚੇ ਜਿਹੜੇ ਆ, ਬੱਚੇ ਦੇ ਅਧਿਕਾਰ ਜਿਹੜੇ ਆ ਜਾਂ ਕਈ ਸੁਰੱਖਿਅਤ ਆ ਜਿਹੜੀਆਂ ਸੁਸਾਇਟੀਆਂ ਨੇ ਕੀਤੇ ਆ, ਗੌਰਮੈਂਟ ਨੇ ਕੀਤੇ ਆ ਵੀ ਬੱਚੇ ਨੂੰ ਕਿੱਦਾਂ ਬਚਾਉਣਾ, ਬੱਚੇ ਦੀ ਸੁਰੱਖਿਆ ਕਿੱਦਾਂ ਕਰਨੀ। ਜਿੱਦਾਂ ਪਰਿਵਾਰ ਪਹਿਲਾਂ ਪਾਲਦਾ, ਪਹਿਲਾਂ ਬੱਚੇ ਜਨਮ ਤੋਂ ਦੁੱਧ, ਫਿਰ ਰੋਟੀ, ਫਿਰ ਕੱਪੜਾ, ਫਿਰ ਪੜ੍ਹਾਈ, ਫਿਰ ਇੱਦਾਂ। ਫਿਰ ਵੀ ਸੁਸਾਇਟੀ 'ਚ ਐਸੇ ਕਾਨੂੰਨ ਬਣੇ ਹੋਏ ਆ, ਸਮਾਜ ਨੇ ਐਸੇ ਕਾਨੂੰਨ ਬਣਾਏ ਹੋਏ ਆ ਕਿ ਬੱਚਾ ਜਦ ਤੱਕ 14 ਸਾਲ ਦਾ ਨਹੀਂ ਹੁੰਦਾ ਲਗਭਗ ਉਹਦੀ ਪੜ੍ਹਨ ਦੀ ਉਮਰ ਹੁੰਦੀ ਆ, ਉਹਨੂੰ ਪੜ੍ਹਨਾ ਚਾਹੀਦਾ, ਪੜ੍ਹਾਉਣਾ ਵੀ ਚਾਹੀਦਾ, ਪੜ੍ਹਦੇ ਵੀ ਆ ਬੱਚੇ। ਪਰ ਕਈ ਉੱਤੇ ਉਹਨਾਂ ਤੋਂ ਲੇਬਰ ਕਰਾਉਂਦੇ ਆ, ਘਰ ਦਾ ਕੰਮ ਕਰਾਉਂਦੇ ਆ। ਤੁਸੀਂ ਦੇਖਿਆ ਉਹਨਾਂ ਵਿੱਚ 14 ਸਾਲ ਤੋਂ ਜਿਹੜੇ ਘੱਟ ਬੱਚੇ ਆ, ਕਈ ਵਾਰ ਉਹ ਜਾ ਕੇ ਦੇਖੋ ਚਾਹ ਵਾਲਿਆਂ ਨੂੰ, ਹੋਟਲ ਵਾਲਿਆਂ ਨੂੰ ਭਾਂਡੇ ਮਾਂਜਣ ਤੇ, ਚੀਜ਼ਾਂ ਫੜਾਉਣ ਤੇ, ਜਾਣੀ ਉਹ ਮਜ਼ਦੂਰੀ ਕਰਾਉਂਦੇ ਆ। ਇਹ ਜਿਹੜੀ ਮਜ਼ਦੂਰੀ ਆ ਇਹ ਮਨਾਹੀ ਆ। ਇਹ ਬੱਚਿਆਂ ਦੇ ਕਰਕੇ, ਬੱਚਿਆਂ ਦੀ ਸੁਰੱਖਿਆ ਲਈ, ਬੱਚਿਆਂ ਦੇ ਹੱਕਾਂ ਲਈ ਇੱਦਾਂ ਦੇ ਕਾਨੂੰਨ ਬਣੇ ਆ ਕਿ ਬੱਚਿਆਂ ਤੋਂ ਨਾ ਕਰਾਈ ਜਾਵੇ, ਕਿਉਂਕਿ ਉਹ ਬੱਚਾ ਜਿਹੜਾ ਆ ਅਸਲ 'ਚ ਬੱਚੇ ਦਾ ਮਤਲਬ ਹੀ ਉਹ ਆ ਕਿ ਜਿਹੜਾ ਬਾਲਗ ਨਾ ਹੋਵੇ। ਜਿਹੜਾ ਬਾਲਗ ਨਾ ਹੋਵੇ ਉਹ ਆਪਣਾ ਬੁਰਾ ਤੇ ਭਲਾ ਉਹਨੇ ਚਿਰ ਤੱਕ ਨਹੀਂ ਸੋਚ ਸਕਦਾ ਕਾਨੂੰਨੀ ਤੌਰ ਤੇ। ਇਸ ਕਰਕੇ ਗੱਲਾਂ ਦੀ ਮਨਾਹੀ ਕੀਤੀ ਆ ਕਿ ਸਾਨੂੰ ਬੱਚਿਆਂ ਤੋਂ ਕੋਈ ਇਹੋ ਜਿਹਾ ਕੰਮ ਨਹੀਂ ਕਰਾਉਣਾ ਚਾਹੀਦਾ ਜਿਹੜਾ ਕਾਨੂੰਨ ਦੇ ਮੁਤਾਬਕ ਮਨਾਹੀ ਹੋਵੇ। ਉਹਨਾਂ ਤੋਂ ਨੌਕਰੀ ਨਹੀਂ ਕਰਾਉਣੀ ਚਾਹੀਦੀ, ਉਹਨਾਂ ਨੂੰ ਵਧੀਆ ਤੌਰ ਤੇ ਮਜ਼ਦੂਰੀ ਨਹੀਂ ਕਰਾਉਣੀ ਚਾਹੀਦੀ। ਕਈ ਆ ਸ਼ੌਂਕ ਨਾਲ ਆਪਣੇ ਬੱਚਿਆਂ ਤੋਂ ਕਰਾਉਂਦੇ ਆ ਜਾਂ ਗਰੀਬ ਲੋਕ ਕਰਦੇ ਆ। ਅੱਜ ਕੱਲ੍ਹ ਝੋਨੇ ਦੀ ਲਵਾਈ ਲੱਗ ਰਹੀ ਆ, ਛੋਟੇ ਬੱਚੇ ਵੀ ਜਿਹੜੇ ਆ ਮਦਦ ਕਰਦੇ ਆ, ਕੋਈ ਪਨੀਰੀ ਪੱਟ ਰਿਹਾ, ਕੋਈ ਫੜਾ ਰਿਹਾ, ਉਹ ਕਰ ਰਿਹਾ, ਪਰ ਕਾਨੂੰਨੀ ਤੌਰ ਤੇ ਮਨਾਹੀ ਆ। ਆਮ ਲੋਕ ਸ਼ਿਕਾਇਤ ਨਹੀਂ ਕਰਦੇ ਸਮਾਜ ਵਿੱਚ ਤੇ ਉਹ ਐਸਾ ਕੰਮ ਜਿਹੜਾ ਉਹ ਚੱਲੀ ਜਾਂਦਾ। ਪਰ ਸਰਕਾਰ ਵਜੋਂ ਤੇ ਕਾਨੂੰਨ ਵੱਲੋਂ ਕੋਈ ਐਸੀ ਢਿੱਲ ਨਹੀਂ ਕਿ ਜਿਹੜੀ ਉਹ ਵਰਤੀ ਜਾਵੇ। ਸਿਰਫ ਇਹ ਆ ਕਿ ਇਹਨਾਂ ਦੇ ਛਾਪੇ ਨਹੀਂ ਮਾਰੇ ਜਾਂਦੇ ਜਾਂ ਘੱਟ ਖਿਆਲ ਕੀਤਾ ਜਾਂਦਾ, ਤਾਂ ਹੀ ਬੱਚਿਆਂ ਤੋਂ ਮਜ਼ਦੂਰੀ ਕੀਤੀ ਜਾਂਦੀ ਹੈ। ਮਜ਼ਦੂਰੀ ਦੀ ਉਹਦਾ ਮਨਾਹੀ ਆ, ਬੱਚਿਆਂ ਨੂੰ ਨਹੀਂ ਕਰਨੀ ਚਾਹੀਦੀ। ਪਰ ਬੱਚੇ ਦਾ ਮਤਲਬ ਆ ਕਿ ਉਹ ਆਪਣਾ ਭਲਾ ਨਹੀਂ ਸੋਚ ਸਕਦਾ, ਇਸ ਕਰਕੇ ਉਹ ਉਹਨਾਂ ਤੋਂ ਮਜ਼ਦੂਰੀ ਕਰਾਈ ਜਾਂਦੀ ਆ। ਪਰ ਇਹ ਕਾਨੂੰਨੀ ਤੌਰ ਤੇ ਇਹਦੀ ਬਣਾਈ ਆ। ਸਰ, ਜੇਕਰ ਬੱਚੇ ਨੂੰ ਕੋਈ ਪੈਸਾ ਨਾ ਮਿਲ ਰਿਹਾ ਹੋਵੇ ਤਾਂ ਉਹ ਕਿੱਦਾਂ ਲੈ ਸਕਦਾ? ਪੈਸੇ ਦਾ ਇਹ ਨਹੀਂ ਮਤਲਬ ਪੈਸਾ ਨਾ ਮਿਲਿਆ ਹੋਵੇ। ਇਹ ਹੋ ਸਕਦਾ ਕਿ ਇੱਕ ਬੱਚਾ ਅਗਰ ਕਿਸੇ ਐਸੀ ਬਿਮਾਰੀ ਤੋਂ, ਜਦ ਤੱਕ ਉਹ ਬੱਚਾ ਆ ਉਹਦੇ ਘਰਦਿਆਂ ਨੇ ਉਹਦੀ ਪਰਵਰਿਸ਼ ਕਰਨੀ ਆ, ਪਹਿਲਾਂ ਮਾਣ ਕਰਨੀ ਆ 5-6 ਸਾਲ ਤੱਕ। ਜਦੋਂ ਤੱਕ ਬੱਚਾ ਆ ਉਹਦੇ ਪਾਲਣ ਪੋਸ਼ਣ ਆ, ਉਹਦਾ ਟੱਟੀ ਪਿਸ਼ਾਬ ਆ, ਉਹਦਾ ਸਕੂਲ ਜਾਂ ਉਹਦੇ ਕੱਪੜੇ ਬਦਲਣੇ ਆ, ਪਹਿਲਾਂ ਵੀ ਮੈਂ ਦੱਸਿਆ ਸੀ। ਉਸ ਤੋਂ ਬਾਅਦ ਜਿਹੜੀ ਜਦੋਂ ਪੜ੍ਹਨ ਲੱਗ ਪੈਂਦਾ, ਸਕੂਲ ਜਾਣ ਲੱਗ ਪੈਂਦਾ, ਜਦੋਂ ਉਹਨੂੰ ਰੋਟੀ, ਕੱਪੜੇ ਜਾਂ ਵਰਦੀ ਆਦਿ ਦੀ ਲੋੜ ਹੁੰਦੀ ਆ, ਤਾਂ ਫਿਰ ਬਾਪ ਦੀ ਵੀ ਲੋੜ ਹੈ। ਫਿਰ ਬਾਪ ਉਹਨਾਂ ਨੂੰ ਪਰਿਵਾਰ ਹੀ ਬੱਚੇ ਨੂੰ ਪਾਲਦਾ, ਬਾਪ ਵੀ ਦੇਖਦਾ। ਹੁਣ ਸਵਾਲ ਇਹ ਆ, ਇਹ ਸਵਾਲ ਤਾਂ ਬਣ ਸਕਦਾ ਕਿ ਇੱਕ ਬੱਚਾ ਮੰਨ ਲਓ ਕਿਸੇ ਐਸੀ ਬਿਮਾਰੀ ਤੋਂ ਉਹ ਪੀੜਿਤ ਆ ਜਿੱਥੇ ਲਗਾਤਾਰ ਘਰਦਿਆਂ ਦਾ ਖਰਚ ਹੋ ਰਿਹਾ ਹੋਵੇ, ਘਰਦਿਆਂ ਪਾਸ ਪੈਸਾ ਨਾ ਹੋਵੇ ਜਾਂ ਪੈਸਾ ਮੁੱਕ ਗਿਆ ਹੋਵੇ ਜਾਂ ਉਸ ਵੇਲੇ ਉਹ ਗਰੀਬੀ ਦੀ ਹਾਲਤ ਵਿੱਚ ਹੋਣ, ਪਰ ਬੱਚੇ ਦੇ ਨਾਂ ਪਹਿਲਾਂ ਤੋਂ ਕੋਈ ਐਸੀ ਜਾਇਦਾਦ ਹੋਵੇ ਜਿਹੜੀ ਉਹਦੇ ਨਾਮ ਬੋਲਦੀ ਹੋਵੇ, ਉਹ ਉਹਨੂੰ ਵੇਚ ਕੇ ਉਹ ਆਪਣੇ ਬੱਚੇ ਦੀ ਬਿਮਾਰੀ ਤੇ ਲਾ ਸਕਦੇ ਆ। ਪਰ ਉਹਨੂੰ ਵੇਚਣ ਤੋਂ ਪਹਿਲਾਂ ਉਸ ਪਰਿਵਾਰ ਨੂੰ
ਇੱਕ ਗਾਰਡੀਅਨ ਕੋਰਟ ਆ, ਅਦਾਲਤ ਵਿੱਚ ਜਾਣਾ ਪਏਗਾ, ਜਿਹਨੂੰ ਅਸੀਂ ਗਾਰਡੀਅਨ ਕੋਰਟ ਕਹਿੰਦੇ ਆ। ਉਹ ਤੋਂ ਇਹ ਪਰਮਿਸ਼ਨ ਲੈਣੀ ਪਏਗੀ ਕਿ ਸਾਡਾ ਬੱਚਾ ਇਸ ਕਰਕੇ ਬਿਮਾਰ ਆ, ਉਹਨੂੰ ਆਰਾਮ ਨਹੀਂ ਆ ਰਿਹਾ, ਸਾਡੇ ਕੋਲ ਖਰਚੇ ਮੁੱਕ ਗਏ ਹਨ, ਸਾਡੇ ਕੋਲ ਹੋਰ ਸਾਧਨ ਨਹੀਂ ਹਨ, ਅਸੀਂ ਉਹਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਾ ਸਕਦੇ, ਕਿਰਪਾ ਕਰਕੇ ਉਹਦੀ ਜੋ ਜਾਇਦਾਦ ਆ ਉਹ 10 ਮਰਲੇ ਵੀ ਹੋ ਸਕਦੀ ਹੈ, ਕਨਾਲ ਵੀ ਹੋ ਸਕਦੀ ਹੈ, ਕਿੱਲਾ ਵੀ ਹੋ ਸਕਦੀ ਹੈ, 10 ਖੇਤ ਦੀ ਵੀ ਹੋ ਸਕਦੀ ਹੈ, ਜਿੰਨੀ ਵੀ ਹੋਵੇ, ਵੀ ਸਾਨੂੰ ਵੇਚਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਅਸੀਂ ਜਾਇਦਾਦ ਦਾ ਕੁਝ ਹਿੱਸਾ ਜਾਂ ਸਾਰੀ ਵੇਚ ਕੇ ਉਹ ਆਪਣੀ ਦਰਖਾਸਤ ਵਿੱਚ ਦੱਸਣਗੇ ਕਿ ਸਾਰੀ ਵੇਚਣ ਦੀ ਲੋੜ ਆ ਜਾਂ ਕੋਈ ਹਿੱਸਾ ਵੇਚਣ ਦੀ ਲੋੜ ਆ। ਉਹ ਵੇਚ ਕੇ ਅਸੀਂ ਪੈਸਾ ਲਾ ਕੇ ਬੱਚੇ ਦੀ ਜਿਹੜੀ ਕੋਈ ਬਿਮਾਰੀ ਲੱਗ ਗਈ ਆ, ਜਿਹੜੀ ਲਾਜ ਸਮਝੀ ਜਾਂਦੀ ਆ, ਅਸੀਂ ਉੱਤੇ ਖਰਚ ਕਰਨਾ ਚਾਹੁੰਦੇ ਆ। ਜਦੋਂ ਇਹ ਤੁਸੀਂ ਸਾਰੇ ਪੱਖ ਜਿਹੜੇ ਅਦਾਲਤ ਮੋਹਰੇ ਪੇਸ਼ ਕਰਦੇ ਆ ਤਾਂ ਫਿਰ ਜਿਹੜਾ ਗਾਰਡੀਅਨ ਜੱਜ ਹੁੰਦਾ ਉਹ ਦੇਖਦਾ ਵੀ ਜੋ ਦਰਖਾਸਤ ਦਿੱਤੀ ਗਈ ਆ ਜਾਂ ਜੋ ਪਟੀਸ਼ਨ ਪਾਈ ਗਈ ਆ ਉਹਦੇ ਵਿੱਚ ਸੱਚਾਈ ਆ। ਬੱਚਾ ਵੀ ਉੱਥੇ ਪੇਸ਼ ਕਰ ਦਿੱਤਾ ਜਾਂਦਾ, ਕਈ ਵਾਰ ਉਹ ਬੱਚੇ ਦੀ ਹਾਲਤ ਦੇਖ ਕੇ, ਡਾਕਟਰ ਦੀ ਸਲਾਹ ਲੈ ਕੇ, ਡਾਕਟਰ ਦੀਆਂ ਪਰਚੀਆਂ ਦੇਖ ਕੇ ਜਾਂ ਡਾਕਟਰ ਦੀ ਓਪੀਨੀਅਨ ਦੇਖ ਕੇ ਉਹ ਇੱਦਾਂ ਦੀ ਜਿਹੜੀ ਪਟੀਸ਼ਨ ਪਾਈ ਆ, ਦਰਖਾਸਤ ਦਿੱਤੀ ਆ, ਉਹਨੂੰ ਆਗਿਆ ਦੇ ਦਿੰਦੇ ਆ। ਉਹ ਜਿਹੜਾ ਵੀ ਕੇਸ ਆ ਜਦੋਂ ਆਗਿਆ ਮਿਲ ਜਾਂਦੀ ਆ, ਉਹ ਆਗਿਆ ਨਾਲ ਲਾ ਕੇ ਉਹਦੀ ਜਾਇਦਾਦ ਜਿਹੜੀ ਉਹ ਵੇਚੀ ਜਾ ਸਕਦੀ ਆ। ਉਹਦੇ ਪੈਸੇ ਵੱਟ ਕੇ ਉਸ ਰਕਮ ਦੇ ਨਾਲ, ਉਹਨਾਂ ਪੈਸਿਆਂ ਦੇ ਨਾਲ ਉਸ ਬੱਚੇ ਦਾ ਜਿਹੜਾ ਇਲਾਜ ਜਾਂ ਉਹਦਾ ਜਿਹੜਾ ਫਿਊਚਰ ਆ ਜਿਹੜਾ ਰੁਕਿਆ ਪਿਆ ਆ ਉਹ 'ਤੇ ਖਰਚ ਕਰਕੇ ਉਹਨੂੰ ਵਧੀਆ ਨਾਗਰਿਕ ਜਾਂ ਸਿਹਤਮੰਦ ਬਣਾਇਆ ਜਾ ਸਕਦਾ ਹੈ। ਪਰ ਸ਼ਰਤ ਇਹ ਆ ਕਿ ਤੁਹਾਡੇ ਕੋਲ ਮਾਂ ਪਿਓ ਦੇ ਕੋਲ ਕੋਈ ਹੋਰ ਵਿਕਲਪ ਨਾ ਹੋਵੇ ਸਿਵਾਏ ਉਹਦੀ ਜਾਇਦਾਦ ਵੇਚਣ ਤੋਂ। ਅਜਿਹੀ ਜਾਇਦਾਦ ਵੇਚਣ ਲਈ ਉਹ ਅਦਾਲਤ ਤੋਂ ਆਗਿਆ ਲੈ ਸਕਦੇ ਤੇ ਅਦਾਲਤ ਜਦੋਂ ਫਿੱਟ ਸਮਝਦੀ ਆ ਤੇ ਇਹ ਕੇਸ ਠੀਕ ਆ, ਇਹ ਲੋੜਵੰਦ ਆ, ਇਹਨਾਂ ਨੂੰ ਵੇਚਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਇਹਦੇ ਨਾਲ ਬੱਚੇ ਦਾ ਮਤਲਬ ਭਵਿੱਖ ਜੁੜਿਆ ਆ। ਉਹ ਆਮ ਕਰਕੇ ਇਹਦੀ ਆਗਿਆ ਦੇ ਦਿੰਦੇ ਆ। ਜਿਹੜੀਆਂ ਸ਼ਰਤਾਂ ਲਾਉਂਦੇ ਆ ਵੀ ਇੰਨੇ ਦੀ ਵੇਚ ਕੇ ਪੈਸੇ ਜਮ੍ਹਾਂ ਕਰਾਏ ਜਾਣ ਜਾਂ ਜੋ ਵੀ ਕੀਤਾ ਜਾਵੇ, ਕਈ ਗੱਲਾਂ ਦੇ ਵਿੱਚ ਜਿਹੜਾ ਬੱਚੇ ਦੇ ਦਿੰਦੇ ਆ ਉਹ ਜਾਇਦਾਦ ਪਰਿਵਾਰ ਇੱਦਾਂ ਸੋਚਦਾ ਕਿ ਅਸੀਂ ਇਸ ਤੋਂ ਪਿੰਡੋਂ ਹੀ ਚੱਲ ਜਾਣਾ, ਉਹ ਫਿਰ ਇੱਥੋਂ ਵੇਚ ਕੇ ਫਲਾਣੇ ਥਾਂ ਲੈਣੇ ਆ। ਉਹ ਫਿਰ ਕਈ ਵਾਰੀ ਦੱਸਦੇ ਆ ਕਿ ਸਾਡੀ ਜ਼ਮੀਨ ਜਿਹੜੀ ਆ ਉਹ ਇੰਨੀ ਨੂੰ ਵਿਕ ਰਹੀ ਆ, ਜਿੱਥੇ ਅਸੀਂ ਜਾ ਕੇ ਲੈਣੀ ਉਹ ਇੰਨੀ ਸਸਤੀ ਮਿਲ ਰਹੀ ਆ। ਹੁਣ ਸਾਡੇ ਕੋਲ ਜ਼ਮੀਨ ਥੋੜ੍ਹੀ ਹੈ, ਜਿਸ ਪਿੰਡ ਜਾਵਾਂਗੇ, ਜਿਸ ਜਗ੍ਹਾ ਜਾਵਾਂਗੇ, ਉੱਥੇ ਜਾ ਕੇ ਇਹਨਾਂ ਪੈਸਿਆਂ ਨਾਲ ਅਸੀਂ ਜ਼ਿਆਦਾ ਖਰੀਦ ਸਕਦੇ ਹਾਂ। ਜਦੋਂ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਸਾਬਤ ਕਰਨਾ ਪੈਂਦਾ। ਉਹ ਬਿਆਨੇ ਜਿਹੜੇ ਵੀ ਕੀਤੇ ਹੁੰਦੇ ਆ ਜਾਂ ਬਿਆਨੇ ਕਰ ਲੈਂਦੇ ਆ ਤੇ ਇੱਥੇ ਵੇਚੀਏ ਤਾਂ ਅਸੀਂ 10 ਲੱਖ ਨੂੰ ਖੇਤ ਵੇਚ ਸਕਦੇ ਹਾਂ ਜਾਂ 5 ਲੱਖ ਨੂੰ ਖੇਤ ਵੇਚ ਸਕਦੇ ਹਾਂ। ਜਿੱਥੇ ਜਾ ਕੇ ਲੈਣਾ ਹੈ ਉੱਥੇ ਸਾਨੂੰ 2 ਲੱਖ ਨੂੰ ਜਾਂ 5 ਲੱਖ ਨੂੰ ਖੇਤ ਮਿਲਦਾ ਹੈ, ਉੱਥੇ ਜਾਇਦਾਦ ਸਾਡੀ ਸਵਾਇਆ ਬਣ ਸਕਦੀ ਹੈ ਜਾਂ ਡੇਢੀ ਬਣ ਸਕਦੀ ਹੈ ਜਾਂ ਦੁੱਗਣੀ ਬਣ ਸਕਦੀ ਆ। ਜਦੋਂ ਇੱਦਾਂ ਦੀ ਗੱਲ ਅਦਾਲਤ ਨੂੰ ਦੱਸੀ ਜਾਂਦੀ ਹੈ, ਅਦਾਲਤ ਬੜੇ ਗੌਰ ਨਾਲ ਸੁਣਦੀ ਆ। ਜਿਹੜੇ ਸਬੂਤ ਚਾਹਵੇ ਉਹ ਸਬੂਤ ਮੰਗ ਸਕਦੀ ਆ। ਜਦੋਂ ਅਦਾਲਤ ਨੂੰ ਸਾਬਤ ਹੋ ਜਾਵੇ ਕਿ ਇਹ ਵੇਚਣਾ ਜਿਹੜੀ ਆਗਿਆ ਮੰਗਦੇ ਆ, ਇਹ ਦੇਣ 'ਚ ਬੱਚੇ ਦਾ ਜਿਹੜਾ ਮਾਈਨਰ ਆ, ਜਿਹੜਾ ਨਾਬਾਲਗ ਆ, ਜਿਹੜਾ ਹਾਲੇ ਆਪਣੀ ਕੰਸੈਂਟ ਨਹੀਂ ਦੇ ਸਕਦਾ, ਜਿਹੜਾ ਆਪਣਾ ਬੁਰਾ ਭਲਾ ਨਹੀਂ ਸੋਚ ਸਕਦਾ, ਤੇ ਮਾਂ ਪਿਓ ਹੀ ਇਹਦਾ ਸੋਚ ਸਕਦੇ ਆ। ਇਸ ਕਰਕੇ ਉਹਨਾਂ ਨੂੰ ਆਗਿਆ ਦੇ ਦਿੱਤੀ ਜਾਂਦੀ ਆ। ਉਹ ਆਗਿਆ ਨੂੰ ਨਾਲ ਲਾ ਕੇ ਉਹ ਜ਼ਮੀਨ ਵੇਚ ਕੇ ਤੇ ਨਵੀਂ ਖਰੀਦ ਲਈ ਜਾਂਦੀ ਆ। ਪਰ ਸ਼ਰਤ ਇਹ ਹੁੰਦੀ ਆ ਕਿ ਜੋ ਹਿੱਸਾ ਹੈ ਇਸ ਪਰਿਵਾਰ 'ਚ ਬਣਦਾ ਉਹ ਨਵੀਂ ਜਾਇਦਾਦ ਵਿੱਚ ਉਹਦਾ ਹਿੱਸਾ ਬਣਦਾ ਹੋਵੇ। ਫਿਰ ਜਿੱਦਾਂ ਅਦਾਲਤ ਉੱਤੇ ਕੋਈ ਸ਼ਰਤਾਂ ਲਾਉਂਦੀ ਹੈ ਕਿ ਜਾਇਦਾਦ ਦੇ ਵੇਚ ਕੇ ਜਿਹੜੇ ਪੈਸੇ ਆ ਇਹਦਾ ਇੱਕ ਅਕਾਊਂਟ ਖੋਲ੍ਹਿਆ ਜਾਵੇ, ਉਸ ਅਕਾਊਂਟ ਵਿੱਚ ਪੈਸੇ ਜਮ੍ਹਾਂ ਕੀਤੇ ਜਾਣ ਜਾਂ ਉਹਨਾਂ ਨੂੰ ਟਿਲ ਮੈਜੋਰਟੀ ਜਦ ਬਾਲਗ ਨਹੀਂ ਹੁੰਦਾ ਜਾਂ 5 ਸਾਲ ਲਈ ਜਾਂ 10 ਸਾਲ ਲਈ ਜਿਹੜੀ ਵੀ ਉਹ ਸ਼ਰਤ ਲਾਉਂਦੇ ਆ, 19 ਸਾਲ ਲਈ ਉਹਦੀ FD ਕਰਾ ਦਿੱਤੀ ਜਾਂਦੀ ਆ। ਉਹ ਪੈਸੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਉਹ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਸਬੂਤ ਹੋ ਜਾਓ ਉਹ ਬੈਂਕ ਦਾ ਜਿਹੜੀ ਆ ਜੋ ਵੀ ਰਸੀਦ ਵਗੈਰਾ ਹੈ ਜਾਂ ਜੋ ਜਿਹੜੀ FD ਬਣਦੀ ਆ ਉਹ ਅਦਾਲਤ ਵਿੱਚ ਪੇਸ਼ ਕੀਤੀ ਜਾਂਦੀ ਆ। ਅਦਾਲਤ ਤਸੱਲੀ ਕਰਾਉਂਦੀ ਆ। ਇਸ ਕਰਕੇ ਜਿਹੜਾ ਬੱਚਾ ਨਾਬਾਲਗ ਆ, ਜਿਹੜਾ ਆਪਣੀ ਕੰਸੈਂਟ ਨਹੀਂ ਦੇ ਸਕਦਾ, ਜਿਹੜਾ ਰਜ਼ਾਮੰਦੀ ਜ਼ਾਹਰ ਨਹੀਂ ਕਰ ਸਕਦਾ, ਅਗਰ ਰਜ਼ਾਮੰਦੀ ਦੇ ਵੀ ਸਕਦਾ ਹੋਵੇ ਕਾਨੂੰਨੀ ਤੌਰ 'ਤੇ ਉਹ ਨਹੀਂ ਦੇ ਸਕਦਾ। ਕਾਨੂੰਨ ਇੱਕ ਐਸੀ ਲਕੀਰ ਆ, ਆਰ ਜਾਂ ਪਾਰ ਦੀ ਉਹਦੀ ਗੱਲ ਹੁੰਦੀ ਆ ਵੀ ਜਿਹੜਾ ਕਾਨੂੰਨ ਦੇ ਇਸ ਦਾਇਰੇ 'ਚ ਆਵੇ ਉਹ ਠੀਕ ਹੁੰਦਾ। ਜਿਹੜਾ ਦਾਇਰਾ ਟੱਪਦਾ ਹੋਵੇ ਉਹ ਲਕੀਰ ਉੱਚੀ ਵੀ ਹੋ ਸਕਦੀ ਆ, ਉਹ ਨੀਵੀਂ ਵੀ ਹੋ ਸਕਦੀ ਆ, ਵੱਡੀ ਵੀ ਹੋ ਸਕਦੀ ਆ। ਤੇ ਫਾਰ ਐਗਜ਼ਾਮਪਲ ਜਿੱਦਾਂ ਸਾਨੂੰ 18 ਸਾਲ ਦਾ ਵੋਟ ਦਾ ਹੱਕ ਮਿਲਿਆ ਹੋਇਆ ਹੈ, ਅਗਰ ਤੁਸੀਂ ਵੋਟਾਂ ਪਾਉਣ ਵੇਲੇ ਤੁਹਾਡਾ ਇੱਕ ਦਿਨ ਵੀ ਤੁਹਾਡਾ ਘੱਟ ਹੋਵੇ ਤਾਂ ਤੁਸੀਂ ਵੋਟ ਨਹੀਂ ਪਾ ਸਕਦੇ ਕਿਉਂਕਿ ਤੁਹਾਡਾ ਹਾਲੇ ਇੱਕ ਦਿਨ ਰਹਿੰਦਾ 18 ਸਾਲ ਪੂਰਾ ਹੋਣ ਦੇ ਵਿੱਚ। ਇਸ ਤਰ੍ਹਾਂ ਮਤਲਬ ਕਾਨੂੰਨ ਦੀ ਇੱਕ ਲਕੀਰ ਹੈ ਕਿ ਜਦ ਤੱਕ ਤੁਸੀਂ ਆਪਣਾ ਉਹ ਸਮਾਂ ਪੂਰਾ ਨਹੀਂ ਕਰਦੇ
ਉਦੋਂ ਤੱਕ ਪੈਸੇ ਤੁਹਾਡੇ ਨਾਲ ਜਮ੍ਹਾਂ ਹੋਣੇ ਆ, ਉਦੋਂ ਤੱਕ ਤੁਹਾਡੇ ਗਾਰਡੀਅਨ ਨੇ ਜਾਂ ਮਾਂ ਪਿਓ ਨੇ ਤੁਹਾਡੀ ਦੇਖ ਰੇਖ ਕਰਨੀ ਆ। ਜਿੱਥੇ ਕੋਈ ਬੱਚੇ ਦੀ ਮਾਈਨਰ ਬੱਚੇ ਦੀ ਕੋਈ ਚੀਜ਼ ਵੇਚ ਕੇ ਜਾਂ ਕਿਸੇ ਕੋ ਗਹਿਣੇ ਕਰਕੇ ਉਹਦੇ ਪੈਸੇ ਦੀ ਲੋੜ ਆ, ਉਹ ਆਗਿਆ ਜਿਹੜੀ ਹੈ ਉਹ ਗਾਰਡੀਅਨ ਕੋਰਟ ਕੋਲੋਂ ਲੈਣੀ ਪੈਂਦੀ ਹੈ ਤੇ ਅਦਾਲਤ ਸੁਣ ਕੇ ਬੜੇ ਕੇਸਾਂ ਵਿੱਚ ਆਗਿਆ ਵੀ ਦੇ ਦਿੰਦੇ ਆ। ਅਗਰ ਨਾ ਸੋਚਦੀ ਹੋਵੇ, ਕੋਈ ਹੋਰ ਗੱਲ ਹੋਵੇ ਤਾਂ ਉਹ ਇਨਕਾਰ ਵੀ ਕਰ ਸਕਦੀ ਆ। ਪਰ ਜ਼ਿਆਦਾ ਕੇਸਾਂ ਵਿੱਚ ਅਗਰ ਉਹ ਸਮਝੇ ਕਿ ਇਹਦੇ ਵਿੱਚ ਅਸਲੀਅਤ ਹੈ, ਇਹ 'ਚ ਬੱਚੇ ਦੀ ਭਲਾਈ ਹੈ, ਬੱਚਾ ਠੀਕ ਰਹਿ ਸਕਦਾ ਹੈ, ਤੇ ਉਹ ਅਜਿਹੇ ਕੇਸਾਂ ਵਿੱਚ ਉਹਨੂੰ ਆਗਿਆ ਦਿੰਦੇ ਆ। ਇਸ ਕਰਕੇ ਤੁਹਾਡੇ ਸਵਾਲ ਦਾ ਇਹ ਜਵਾਬ ਆ ਕਿ ਬੱਚੇ ਨੂੰ ਇਹ ਲੋੜ ਨਹੀਂ ਕਿ ਵੀ ਮੈਂ ਜਾਂ ਉਹ 18 ਸਾਲ ਤੋਂ ਥੱਲੇ ਹੋਵੇ, 16 ਸਾਲ ਦਾ ਹੋਵੇ, ਵੀ ਮੈਂ ਸ਼ਰਾਬ ਪੀਣੀ ਆ, ਮੈਂ ਸਿਗਰਟ ਪੀਣੀ ਆ, ਜਾਂ ਕਿਸੇ ਚੀਜ਼ ਦੀ ਜ਼ਰੂਰਤ ਆ। ਉਹਦੀ ਜ਼ਰੂਰਤ ਨਹੀਂ, ਉਸ ਜ਼ਰੂਰਤ ਲਈ ਕੋਈ ਪੈਸਾ ਨਹੀਂ ਖਰਚਿਆ ਜਾਂਦਾ। ਜ਼ਰੂਰਤ ਦਾ ਮਤਲਬ ਹੈ ਉਹਦੀ ਪੜ੍ਹਾਈ ਤੇ, ਉਹਦੀ ਸਿਹਤ ਤੇ, ਉਹਦੀ ਬਿਮਾਰੀ ਤੇ, ਉਹਦੇ ਭਲੇ ਲਈ ਅਗਰ ਪੈਸੇ ਦੀ ਲੋੜ ਹੋਵੇ ਤਾਂ ਫਿਰ ਉਹਦੀ ਜਿਹੜੀ ਜਾਇਦਾਦ ਹੋਵੇ ਉਹਨੂੰ ਵੇਚ ਕੇ, ਵੱਟ ਕੇ, ਆਗਿਆ ਲੈ ਕੇ ਉਹਦੇ ਭਲੇ ਲਈ ਇਹ ਸਭ ਕੁਝ ਜਿਹੜਾ ਕੀਤਾ ਜਾ ਸਕਦਾ। ਸਰ, ਅਖੀਰ 'ਚ ਹੁਣ ਤੁਸੀਂ ਗੋਦਲੇ ਬੱਚੇ ਦੇ ਅਧਿਕਾਰ ਬਾਰੇ ਕੁਝ ਜਾਣਨਾ ਚਾਹੋਗੇ? ਬਿਲਕੁਲ ਤੁਹਾਡਾ ਠੀਕ ਹੈ ਵੀ ਇਹ ਆਮ ਬੱਚੇ ਦੇ ਜੋ ਗੋਦਲੇ ਬੱਚੇ ਦੇ ਵੀ ਤਕਰੀਬਨ ਉਹੋ ਅਧਿਕਾਰ ਆ। ਗੋਦਲੇ ਬੱਚੇ ਦਾ ਅਸਲ 'ਚ ਮਤਲਬ ਆ ਵੀ ਇੱਕ ਬੱਚਾ ਇੱਕ ਗੋਦ 'ਚੋਂ ਜਾਣਾ, ਇੱਕ ਪਰਿਵਾਰ ਦੇ ਗੋਦ ਵਿੱਚੋਂ ਜਾਣਾ, ਉਹਨਾਂ ਦੇ ਕੋਲੋਂ ਜਾਣਾ ਤਾਂ ਦੂਜੇ ਪਰਿਵਾਰ ਵਿੱਚੋਂ ਨਿਕਲ ਜਾਣਾ, ਜਾਂ ਜਿਹਦੇ ਕੋਲ 2 ਬੱਚੇ ਹਨ, 3 ਬੱਚੇ ਹਨ, 4 ਬੱਚੇ ਹਨ, ਜਾਂ ਲੜਕੇ ਆ ਜਾਂ ਲੜਕੀਆਂ ਹੈ, ਜੋ ਦੇਣਾ ਚਾਹੁੰਦਾ ਜਾਂ ਜੋ ਮੂਹਰੇ ਜਿਹੜਾ ਜੋ ਜਿਸ ਤਰ੍ਹਾਂ ਬੱਚਾ ਲੈਣਾ ਚਾਹੁੰਦਾ ਹੈ ਤੇ ਉਹ ਲੈ ਸਕਦਾ ਹੈ। ਤੇ ਜਦੋਂ ਬੱਚਾ ਨੂੰ ਦਿੰਦੇ ਆ ਤੇ ਯਾਦ ਰੱਖਣ ਵਾਲੀ ਗੱਲ ਇਹ ਆ ਵੀ ਮੰਨ ਲਓ 5 ਸਾਲ ਦੀ ਉਮਰ ਵਿੱਚ ਕੋਈ ਬੱਚਾ ਗੋਦ ਲੈ ਲੈਂਦਾ ਤਾਂ ਉਦੋਂ ਉਹਦੀ 5 ਸਾਲ ਦੀ ਉਮਰ ਆ। ਤੇ 2 ਗੱਲਾਂ ਦੀ ਯਾਦ ਰੱਖੋ ਜਿਹੜੀਆਂ ਬਿਲਕੁਲ ਪੱਕੀਆਂ ਤੇ ਠੀਕ ਆ, ਜਿਹੜੀਆਂ ਯਾਦ ਰੱਖਣ ਯੋਗ ਆ। ਕਿਹੜੀ ਗੱਲ ਹੈ? ਪਹਿਲੀ ਗੱਲ ਵੀ ਉਹ ਜਦੋਂ 5 ਸਾਲ ਦਾ ਹੁੰਦਾ ਹੈ, ਉਸ ਪਰਿਵਾਰ ਵਿੱਚ ਜਿਹੜੀ ਜੱਦੀ ਜਾਇਦਾਦ ਉਸ ਪਰਿਵਾਰ ਵਿੱਚ ਉਦੋਂ ਤੱਕ ਉਹਦੀ ਬਣਦੀ ਆ, ਜਿੰਨਾ ਹਿੱਸਾ ਬਣਦਾ ਆ ਉਹ ਉਹਦਾ ਵੀ ਹੱਕਦਾਰ ਆ। ਤੇ ਜਿਸ ਪਰਿਵਾਰ 'ਚ ਜਾਣਾ ਉਹਦੇ ਕੋਲ ਜੋ ਜਾਇਦਾਦ ਹੈ ਉਹਦਾ ਵੀ ਉਹ ਜਾ ਕੇ ਮਾਲਕ ਬਣਨਾ। ਬਹੁਤਿਆਂ ਨੂੰ ਭੁਲੇਖਾ ਇਹ ਰਹਿੰਦਾ ਹੈ ਕਿ ਜਦੋਂ ਬੱਚਾ ਗੋਦ ਲੈ ਲਓ ਤਾਂ ਉਹ ਪਿਛਲੀ ਜਾਇਦਾਦ ਦਾ ਮਾਲਕ ਨਹੀਂ ਰਹਿੰਦਾ। ਕੋਈ ਐਸਾ ਕਾਨੂੰਨ ਨਹੀਂ ਵੀ ਉਹ ਮਾਲਕ ਨਾ ਬਣੇ, ਉਹ ਉਹਦਾ ਮਾਲਕ ਰਹਿੰਦਾ। ਉਹ ਜੁਦੀ ਗੱਲ ਹੈ ਵੀ ਕਈ ਪਰਿਵਾਰਾਂ ਵਿੱਚ ਹੁੰਦਾ ਕਿ ਬੱਚਾ ਵੱਡਾ ਹੁੰਦਾ ਉਹਨੂੰ ਸਮਝਾ ਲਿਆ ਜਾਂਦਾ ਕਿ ਕਾਕਾ ਬਈ ਤੂੰ ਹੁਣ ਆਪਣਾ ਹਿੱਸਾ ਨਾ ਲੈ, ਉਹ ਹਿੱਸਾ ਅਸੀਂ ਬਾਕੀਆਂ 'ਚ ਵੰਡ ਦਿੰਦੇ ਆ, ਤੂੰ ਨਵੇਂ ਘਰ ਚਲ ਗਿਆ, ਤੈਨੂੰ ਜ਼ਿਆਦਾ ਜ਼ਮੀਨ ਮਿਲ ਗਈ ਆ, ਤੇਰਾ ਮਿਆਰ ਵਧੀਆ ਆ। ਉਹ ਅਗਲੀ ਗੱਲ ਹੈ ਜਿਹੜੀ ਅੰਡਰਸਟੈਂਡਿੰਗ ਹੋ ਜਾਣੀ ਆ। ਪਰ ਕਾਨੂੰਨੀ ਤੌਰ ਤੇ ਤੁਸੀਂ ਉਹਦਾ ਹੱਕ ਨਹੀਂ ਮਾਰ ਸਕਦੇ, ਉਹਦੇ 2 ਥਾਈਂ ਹੱਕ ਬਣਦੇ ਆ। ਉਦੋਂ ਤੱਕ ਜਦੋਂ ਤੱਕ ਗੋਦ ਲਿਆ ਜਾਂਦਾ ਉਦੋਂ ਤੱਕ ਜਿਹੜੀ ਜਾਇਦਾਦ ਹੈ, ਉਹ ਜਿਹੜੀ ਜਾਇਦਾਦ ਹੈ ਉਹਦੇ ਵਿੱਚ ਜਿੰਨਾ ਹਿੱਸਾ ਬਣਦਾ ਆ ਉਹਦਾ ਵੀ ਮਾਲਕ ਰਹਿੰਦਾ ਹੈ। ਉਦੋਂ ਫਿਰ ਜਿਸ ਪਰਿਵਾਰ ਵਿੱਚ ਜਾਂਦਾ ਆ ਉਹਦਾ ਕੁਦਰਤੀ ਤੌਰ ਤੇ ਉਸ ਪਰਿਵਾਰ ਦਾ ਸਾਰੇ ਦਾ ਉਹ ਮਾਲਕ ਹੁੰਦਾ ਆ। ਤੇ ਇਹ ਵੈਸੇ ਅਡਾਪਸ਼ਨ ਐਕਟ ਇੱਕ ਹੈਗਾ ਬੱਚੇ ਨੂੰ ਗੋਦ ਲੈਣ ਦਾ, ਉਹਦੇ ਵਿੱਚ ਆਪਾਂ ਫਿਰ ਕਿਸੇ ਵੇਲੇ ਗੱਲ ਕਰਾਂਗੇ, ਦੱਸਾਂਗੇ ਵੀ ਬੱਚੇ ਦੇ ਕੀ ਅਧਿਕਾਰ ਹੈ, ਕੌਣ ਗੋਦ 'ਚ ਲੈ ਸਕਦਾ, ਕੌਣ ਗੋਦ 'ਚ ਦੇ ਸਕਦਾ, ਕੀ ਗੋਦ ਕੈਂਸਲ ਵੀ ਹੋ ਸਕਦੀ ਆ, ਨਹੀਂ ਵੀ ਹੋ ਸਕਦੀ, ਕਈ ਕੁਝ ਹੋ ਸਕਦਾ। ਪਰ ਆਪਾਂ ਹਾਲੇ ਬੱਚੇ ਦੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ। ਬੱਚੇ ਦੇ ਕਰ ਸਕਦੇ ਵੀ ਬੱਚੇ ਦੇ ਹੱਕ ਕੀ ਆ। ਜਿਹੜਾ ਬੱਚਾ ਬਿਲਕੁਲ ਨਾਰਮਲ ਆ, ਜਿਹੜਾ ਗੋਦ ਨਹੀਂ ਲਿਆ ਗਿਆ, ਪਰਿਵਾਰਕ ਆ, ਜਿੱਦਾਂ ਉਹ ਪਰਿਵਾਰ 'ਚ ਰਹਿੰਦਾ, ਜਿੱਦਾਂ ਜੰਮਦਾ ਜੁੜਿਆ। ਵੈਸੇ ਜੇ ਆਮ ਤੌਰ ਤੇ ਸੋਚਿਆ ਜਾਵੇ ਕਿ ਜੋ ਸੈਲਫ ਅਕਵਾਇਰਡ ਜਿਹੜੀ ਉਹਦੇ ਬਾਪ ਨੇ ਜਾਇਦਾਦ ਆਪ ਬਣਾਈ ਆ, ਪਰ ਆਮ ਇਹ ਆ ਕਰਕੇ ਉਹਨਾਂ ਤੋਂ ਵੀ ਉਹਨਾਂ ਨੂੰ ਵਾਂਝੇ ਨਹੀਂ ਕੀਤਾ ਜਾਂਦਾ। ਭਈ ਬਾਪ ਜੋ ਹੈ ਜੋ ਕਮਾਉਂਦਾ ਹੈ ਆਮ ਕਰਕੇ ਉਹ ਸਾਰਿਆਂ ਵਿੱਚੋਂ ਹਿੱਸਾ ਦੇ ਦਿੰਦਾ ਹੈ। ਪਰ ਉਹ ਜਿਹੜੀ ਜਾਇਦਾਦ ਆਪ ਬਣਾਈ ਆ, ਜਿਹਨੂੰ ਅਸੀਂ ਸੈਲਫ ਅਕਵਾਇਰਡ ਕਹਿੰਦੇ ਆ, ਉਸ ਜਾਇਦਾਦ ਵਿੱਚੋਂ ਉਹ ਬੱਚਾ ਬਾਲਗ ਹੋਣ ਤੇ ਵੀ ਲੜ ਕੇ ਨਹੀਂ ਲੈ ਸਕਦਾ ਕਿ ਮੈਂ ਕਿਉਂਕਿ ਤੇਰੇ ਕੋਲ ਇੰਨੀ ਜਾਇਦਾਦ ਆ, ਇਹ ਤੈਂ ਕਮਾਈ ਆ ਤਾਂ ਮੈਨੂੰ ਵੀ ਹਿੱਸਾ ਮਿਲੇ। ਤੇ ਉਹਦਾ ਜਾਇਦਾਦ ਦਾ ਉਹ ਹੱਕਦਾਰ ਨਹੀਂ। ਆਮ ਕਰਕੇ ਮਾਂ ਬਾਪ ਆ ਜੋ ਕਮਾਉਂਦੇ ਆ ਉਹ ਸਾਰੇ ਆਪਣੇ ਬੱਚਿਆਂ ਦੇ ਵਿੱਚ ਵੰਡ ਦਿੰਦੇ ਆ। ਕਈ ਕਾਰਨਾਂ ਕਰਕੇ ਉਹ ਨਹੀਂ ਬਣਦੇ, ਉਹਦਾ ਕਾਰਨ ਦੱਸਦੇ ਆ, ਫਿਰ ਉਹ ਵਸੀਤਾਂ ਲਿਖਦੇ ਆ। ਅੱਗੇ ਵੀ ਮੈਂ ਦੱਸਿਆ ਸੀ ਵਸੀਤ ਦਾ ਮਤਲਬ ਹੁੰਦਾ ਵੀ ਕਿਸੇ ਦਾ ਹੱਕ ਮਾਰਨਾ। ਪਹਿਲਾਂ ਵਸੀਤਾਂ ਤਾਂ ਲਿਖੀਆਂ ਜਾਂਦੀਆਂ ਸੀ ਕਿ ਲੜਕੀਆਂ ਦਾ ਹੱਕ ਮਾਰਿਆ ਜਾਂਦਾ ਸੀ। ਹੁਣ ਵਸੀਤਾਂ ਹੁਣ ਦੀਆਂ ਵਸੀਤਾਂ ਵਿੱਚ ਵੀ
ਜਾਂ ਲੜਕੀਆਂ ਦਾ ਹੱਕ ਮਾਰਿਆ ਜਾਂਦਾ, ਜਾਂ ਕਿਸੇ ਨਿਕੰਮੇ ਦਾ ਲੜਕੇ ਦਾ ਹੱਕ ਮਾਰਿਆ ਜਾਂਦਾ, ਜਿਹੜਾ ਮਾਂ-ਬਾਪ ਦਾ ਕਹਿਣਾ ਨਾ ਮੰਨਦਾ ਹੋਵੇ, ਜਿਹੜਾ ਨਸ਼ੇ ਕਰਦਾ ਹੋਵੇ, ਜਿਹੜਾ ਗਲਤ ਸੁਸਾਇਟੀ 'ਚ ਪੈ ਗਿਆ ਹੋਵੇ, ਤਾਂ ਉਸ ਕਰਕੇ ਜਿਹੜੀ ਆ ਵਸੀਅਤ ਜਿਹੜੀ ਆ ਉਹ ਫਿਰ ਬਣਾਈ ਜਾਂਦੀ ਆ। ਅਗਰ ਸਾਰਿਆਂ ਨੂੰ ਦੇਣੀ ਹੋਵੇ ਬਰਾਬਰ ਦੀ ਜ਼ਮੀਨ ਜਾਇਦਾਦ, ਜੱਦੀ ਜਾਂ ਦੂਜੀ, ਫਿਰ ਕਿਸੇ ਵਸੀਅਤ ਦੀ ਲੋੜ ਨਹੀਂ। ਤਾਂ ਕਈ ਵਾਰੀ ਵਸੀਅਤ ਵਿੱਚ ਜੱਦੀ ਜ਼ਮੀਨ ਬਰਾਬਰ ਵੰਡ ਦਿੱਤੀ ਜਾਂਦੀ ਆ, ਜਿਹੜੀ ਸੈਲਫ ਰਿਕੁਆਇਰਡ ਆ ਉਹ ਕਿਸੇ ਨੂੰ ਵਾਧੂ ਵੀ ਦਿੱਤੀ ਜਾ ਸਕਦੀ ਆ, ਕਿਸੇ ਨੂੰ ਨਹੀਂ ਵੀ ਦਿੱਤੀ ਜਾ ਸਕਦੀ। ਉਂਝ ਉਹਦੀ ਮਾਲਕ ਦੀ ਮਰਜ਼ੀ ਹੁੰਦੀ ਆ। ਜੇ ਕਮਾਈ ਕੀਤੀ ਹੋਵੇ ਉਹ ਹਿੱਸਾ ਜਿਹੜਾ ਉਹਦੇ ਬਾਪ ਨੇ ਕਮਾਇਆ, ਉਹਦੇ ਵਿੱਚੋਂ ਇੱਕ ਬੱਚਾ ਲਾ ਲਓ, ਉਹ ਕਿਸੇ ਕਾਨੂੰਨੀ ਲੜਾਈ ਲੜ ਕੇ ਨਹੀਂ ਲੈ ਸਕਦਾ ਤੇ ਮੇਰਾ ਵੀ ਇਹਦੇ ਵਿੱਚ ਹਿੱਸਾ ਆ। ਜੱਦੀ ਜਾਇਦਾਦ ਵਿੱਚ ਉਹ ਆਪਣਾ ਹਿੱਸਾ ਹੈ ਕਾਨੂੰਨੀ ਤੌਰ ਤੇ ਕੇਸ ਕਰਕੇ ਆਪਣਾ ਹੱਕ ਲੈ ਸਕਦਾ, ਪਰ ਇਹ ਸਾਰੀ ਬਾਪ ਤੇ ਡਿਪੈਂਡ ਕਰਦੀ ਆ। ਜਿਹੜੇ ਬੱਚੇ ਕਹਿਣੀਦਾਰ ਹੋਣ ਉਹਨਾਂ ਦੇ ਵਿੱਚ ਉਹਦਾ ਹਿੱਸਾ ਜਿਹੜਾ ਮਿਲ ਜਾਂਦਾ ਹੈ। ਸਰ, ਜਿਵੇਂ ਤੁਸੀਂ ਸਾਨੂੰ ਇਹਨਾਂ ਦੇ ਅਧਿਕਾਰ ਬਾਰੇ ਦੱਸਿਆ, ਇੱਕ ਆਖਰੀ ਸਵਾਲ ਤੇ ਤੁਸੀਂ ਇਹ ਦੱਸੋ ਕਿ ਜੇ ਇਹਨਾਂ ਬੱਚਿਆਂ ਵਿੱਚ ਕੋਈ ਜੁਰਮ ਕਰ ਲੈਂਦਾ, ਜਿਵੇਂ ਕਤਲ ਕਰ ਲੈਂਦਾ ਹੈ, ਤਾਂ ਉਸ ਨਾਲ ਕੀ ਬੀਤਦੀ ਹੈ ਕਾਨੂੰਨੀ ਤੌਰ ਤੇ? ਚਲੋ ਕਤਲ ਵਾਲੀ ਤਾਂ ਨਹੀਂ, ਕਤਲ ਵੀ ਜਿਹੜੇ ਨਾਬਾਲਗ ਬੱਚੇ ਕਰ ਦਿੰਦੇ ਆ, ਪਰ ਤੁਹਾਡਾ ਮਤਲਬ ਹੈ ਕੋਈ ਜੁਰਮ ਕਰਦਾ ਜਾਂ ਗਲਤ ਕਰਦਾ ਤਾਂ ਬੱਚੇ ਨਾਲ ਕੀ ਵਰਤਾਓ ਕੀਤਾ ਜਾਂਦਾ ਹੈ। ਕਾਨੂੰਨ ਦੇ ਵਿੱਚ ਇਹ ਆ ਕਿ ਹਰ ਜੁਰਮ ਦੀ ਸੁਸਾਇਟੀ ਨੂੰ ਠੀਕ ਕਰਨ ਲਈ ਕਾਨੂੰਨ ਬਣਾਏ ਆ। ਜਿਹੜਾ ਕਾਨੂੰਨ ਤੋੜਦਾ ਉਹਨੂੰ ਜੁਰਮ ਕਹਿੰਦੇ ਆ ਤੇ ਉਹਨੂੰ ਸੁਧਾਰਨ ਲਈ ਸਜ਼ਾਵਾਂ ਮੁਕੱਰਰ ਕੀਤੀਆਂ ਜਾਂਦੀਆਂ। ਪਰ ਬੱਚਿਆਂ ਦੇ ਨਾਬਾਲਗ ਬੱਚਿਆਂ ਦੇ ਕੇਸ ਵਿੱਚ ਇੱਕ ਤਾਂ ਇਹ ਆ ਵੀ ਬਾਲਗ ਬੱਚੇ ਨਾਲੋਂ ਇਹਦੇ ਵਿੱਚ ਜਿਹੜੀ ਸਜ਼ਾ ਦਿੱਤੀ ਜਾਂਦੀ ਆ ਉਹ ਤਕਰੀਬਨ ਘੱਟ ਡੋਜ਼ ਦਿੱਤੀ ਜਾਂਦੀ ਹੈ। ਦੂਸਰਾ ਇਹ ਆ ਕਿ ਜਿਹੜੇ ਬੱਚੇ ਆ ਇਹਨਾਂ ਨੂੰ ਆਮ ਕਰਕੇ ਉਹਨਾਂ ਜੇਲ੍ਹਾਂ ਵਿੱਚ ਨਹੀਂ ਸੁੱਟਿਆ ਜਾਂਦਾ ਜਿੱਥੇ ਜਰਾਇਮ ਪੇਸ਼ਾ ਜਾਂ ਆਮ ਦੋਸ਼ੀ ਜਾਂ ਕਤਲ ਕਰਕੇ, ਰੇਪ ਕਰਕੇ, ਹੋਰ ਕਰਕੇ ਜਿਹੜੇ ਲੋਕ ਗਲਤ ਗਏ ਹੁੰਦੇ ਆ, ਉੱਥੇ ਨਹੀਂ ਭੇਜਿਆ ਜਾਂਦਾ। ਇਹਨਾਂ ਦੀ ਜੇਲ੍ਹ ਦਾ ਨਾਂ ਹੀ ਸੁਧਾਰ ਘਰ ਹੁੰਦਾ ਹੈ। ਜਿੱਦਾਂ ਨਾਮ ਤੋਂ ਹੀ ਇਹ ਆ ਕਿ ਸੁਧਾਰਨਾ, ਐਸਾ ਘਰ ਜਿੱਥੇ ਬੱਚੇ ਨੂੰ ਸੁਧਾਰਨਾ। ਉਹ ਜਿਵੇਂ ਆਪਣੇ ਘਰ 'ਚੋਂ ਕਈ ਗੱਲਾਂ ਨਹੀਂ ਸਿੱਖ ਸਕਿਆ, ਕਈ ਕਾਰਨਾਂ ਕਰਕੇ ਗਲਤ ਸੁਸਾਇਟੀ ਵਿੱਚ ਪੈ ਜਾਂਦਾ ਹੈ, ਛੋਟੀਆਂ-ਮੋਟੀਆਂ ਗਲਤੀਆਂ ਕਰ ਲੈਂਦਾ ਹੈ। ਬਾਕੀ ਜੋ ਤੁਸੀਂ ਕਤਲ ਦੀ ਕੀਤੀ ਹੈ, ਕਈ ਬੱਚੇ ਜਿਹੜੇ ਕਿਉਂਕਿ ਜਦੋਂ ਤੱਕ ਬਾਲਗ ਦੇ ਬੱਚਿਆਂ 'ਚ ਹੀ ਗਿਣੇ ਜਾਣੇ ਆ, ਤੇ ਉਮਰ ਦੇ ਮੁਤਾਬਕ 16 ਸਾਲ ਦੇ, 17 ਸਾਲ ਦੇ, 17.5 ਸਾਲ ਦੇ ਹੋ ਕੇ ਵੀ, ਜਾਂ 18 ਸਾਲ ਤੋਂ ਥੱਲੇ ਹੋ ਕੇ ਵੀ, ਜਾਂ ਕਿਸੇ ਵੀ ਉਮਰ ਵਿੱਚ ਗਲਤ ਸੁਸਾਇਟੀ ਕਰਕੇ ਕੋਈ ਜੁਰਮ ਕਰ ਬੈਠਦੇ ਆ, ਰੇਪ ਕਰ ਬੈਠਦੇ ਆ, ਚਾਕੂ ਮਾਰ ਦਿੰਦੇ ਆ, ਕਿਰਪਾਨ ਮਾਰ ਦਿੰਦੇ ਆ, ਗੋਲੀ ਚਲਾ ਦਿੰਦੇ ਆ, ਬੰਦਾ ਮਾਰ ਦਿੰਦੇ ਆ। ਤੇ ਇਸ ਕਰਕੇ ਉਹਨਾਂ ਨੂੰ ਫਿਰ ਉਹ ਸਜ਼ਾ ਘੱਟ ਮਿਲਦੀ ਆ। ਉਹ ਦੇਖਦੇ ਆ ਵੀ ਇਹ ਜਾਣ ਕੇ ਕੀਤਾ ਕਿ ਰਿਪੋਰਟ 'ਚ ਹੋਇਆ ਕਿ ਕਿੱਥੇ ਚੱਕ ਚੜ੍ਹ ਕੇ ਕੀਤਾ। ਉਹ ਜਿੱਦਾਂ ਮੈਂ ਪਹਿਲਾਂ ਦੱਸਿਆ, ਅਜਿਹੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ। ਦੂਜਿਆਂ ਨਾਲੋਂ ਸਜ਼ਾ ਮਤਲਬ ਬਾਲਗਾਂ ਨਾਲੋਂ ਜਿਹੜਾ ਘੱਟ ਮਿਲਦੀ ਆ। ਤਾਂ ਦੂਜੀ ਜਿਹੜੀ ਇਹਦੀ ਉਹ ਟਾਈਮ ਕੱਟਣਾ ਹੁੰਦਾ, ਉਹ ਸੁਧਾਰ ਘਰ 'ਚ ਹੁੰਦਾ। ਉੱਥੇ ਵੀ ਇਹਨਾਂ ਤੋਂ ਇੱਦਾਂ ਦੇ ਕੰਮ ਕਰਾਏ ਜਾਂਦੇ ਆ, ਮਜ਼ਦੂਰੀ ਘੱਟ ਕਰਾਈ ਜਾਂਦੀ ਆ ਵੀ ਜਿਹੜੇ ਕੋਈ ਕੰਮ ਸਿੱਖ ਕੇ ਬਾਹਰ ਆਉਂਦੇ, ਇਹਨਾਂ ਨੂੰ ਪੈਸੇ ਦੀ ਚਿਟਕ ਲੱਗ ਜਾਵੇ, ਇਹਨਾਂ ਨੂੰ ਕੋਈ ਚੀਜ਼ ਬਣਾਉਣੀ ਸਿੱਖ ਆ ਜਾਵੇ, ਆਣ ਕੇ ਬਾਹਰ ਇੱਦਾਂ ਦਾ ਆਪਣਾ ਕੰਮ ਖੋਲ੍ਹ ਸਕਣ, ਆਪਣੀ ਜ਼ਿੰਦਗੀ ਚਲਾ ਸਕਣ। ਸੁਧਾਰ ਘਰ ਦਾ ਮਤਲਬ ਸੁਧਾਰਨਾ। ਉਹ ਉਹਨਾਂ ਨੂੰ ਵੀ ਸੁਧਾਰ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ। ਬੱਚੇ ਉੱਥੇ ਰਹਿੰਦੇ ਆ, ਉਹਨਾਂ ਤੋਂ ਇੰਨੀ ਸਖਤ ਮਿਹਨਤ ਨਹੀਂ ਕਰਾਈ ਜਾਂਦੀ ਜਿੰਨੀ ਆਮ ਕੈਦੀਆਂ ਤੋਂ ਕਰਾਈ ਜਾਂਦੀ ਆ। ਉਹਨਾਂ ਦੀ ਇੰਨੀ ਸਖਤੀ ਨਹੀਂ ਹੁੰਦੀ ਜਿੰਨੀ ਆਮ ਕਰਕੇ ਕੈਦੀਆਂ ਤੇ ਬਾਕੀਆਂ ਤੇ ਕੀਤੀ ਜਾਂਦੀ ਆ। ਇਸ ਕਰਕੇ ਮਨੁੱਖ ਸੁਭਾਅ ਤੋਂ ਹੀ, ਜਾਂ ਆਪਣੀ ਪਰਵਰਿਸ਼ ਤੋਂ ਹੀ, ਜਾਂ ਆਂਢ ਗੁਆਂਢ ਤੋਂ ਹੀ, ਜਾਂ ਸੁਸਾਇਟੀ ਵੱਲ ਦੇਖ ਕੇ ਕਈ ਬੰਦੇ ਗਲਤ ਰਾਹ ਅਖਤਿਆਰ ਕਰ ਲੈਂਦੇ ਹਨ, ਔਰ ਉਹ 'ਤੇ ਅਖਤਿਆਰ ਕਰਕੇ ਉੱਤੇ ਤੁਰ ਪੈਂਦੇ ਹਨ, ਅਤੇ ਕੋਈ ਨਾ ਕੋਈ ਗਲਤ ਸਿੱਟਾ ਵੀ ਕੱਢ ਦਿੰਦੇ ਹਨ। ਅਤੇ ਇਸ ਕਰਕੇ ਉਹਦੀ ਸਜ਼ਾ ਰੱਖੀ ਗਈ ਆ। ਜਿੱਦਾਂ ਬੱਚੇ ਲਈ ਘੱਟ ਹੈ, ਉਹ ਘੱਟ ਹੈ। ਤਾਂ ਬੱਚੇ ਨੂੰ ਉਹਨਾਂ ਦਾ ਮਕਸਦ ਆ ਕਿ ਉਮਰ ਹਾਲੇ ਛੋਟੀ ਆ, ਇਹ ਸਮਾਜ ਦੇ ਕੰਮ ਆਉਣਾ, ਵੱਡਾ ਬਣ ਕੇ ਕੋਈ ਚੰਗਾ ਬੰਦਾ ਵੀ ਬਣ ਸਕਦਾ। ਅਤੇ ਇਸ ਕਰਕੇ ਇਹਨੂੰ ਪਹਿਲੀ ਕੋਸ਼ਿਸ਼ ਇਹ ਕਰੋ ਵੀ ਇਹਨੂੰ ਸੁਧਾਰੋ। ਪਰ ਜੇ ਉਹ ਸਜ਼ਾ ਪੂਰੀ ਕਰਕੇ ਕਈ ਆਣ ਕੇ ਮੁੜ ਕੇ ਫਿਰ ਇੱਦਾਂ ਦਾ ਕੰਮ ਕਰਦੇ ਆ, ਫਿਰ ਉਹਨੂੰ ਵੱਡੀ ਪਨਿਸ਼ਮੈਂਟ ਮਿਲਦੀ ਆ, ਫਿਰ ਸਖਤੀ ਕੀਤੀ ਜਾਂਦੀ ਆ, ਫਿਰ ਪਿਛਲਾ ਰਿਕਾਰਡ ਵੀ ਦੇਖਿਆ ਜਾਂਦਾ। ਇਸ ਕਰਕੇ ਅੱਜ ਬੱਚਿਆਂ ਬਾਰੇ ਗੱਲ ਕਰਦੇ ਆ। ਅਤੇ ਬੱਚਿਆਂ ਲਈ ਸਜ਼ਾ ਤਾਂ ਜ਼ਰੂਰ ਹੈ। ਜਿੱਦਾਂ ਛੋਟੇ ਹੁੰਦੇ ਤੋਂ ਲੈ ਕੇ ਬੱਚੇ ਨੂੰ ਝਟਕਣ ਲਈ, ਬੱਚੇ ਨੂੰ ਚਪੇੜ ਮਾਰਨ ਦਾ ਜੋ ਪਹਿਲਾਂ ਹੱਕ ਸੀ, ਪਹਿਲਾਂ ਟੀਚਰ ਵੀ ਮਾਰਦੇ ਹੁੰਦੇ ਸੀ,
ਟੀਚਰ ਸੋਟੀ ਨਾਲ ਵੀ ਕੁੱਟਦੇ ਹੁੰਦੇ ਸੀ, ਪਰ ਉਹਨਾਂ ਦੀ ਭਾਵਨਾ ਮਾੜੀ ਨਹੀਂ ਹੁੰਦੀ ਸੀ। ਉਹਦਾ ਮਤਲਬ ਹੁੰਦਾ ਸੀ ਵੀ ਉਹਨਾਂ ਨੂੰ ਪੜ੍ਹਾਉਣਾ, ਸਿਖਾਉਣਾ, ਲਿਖਾਈ ਚੰਗੀ ਹੋਵੇ, ਪੜ੍ਹਾਈ ਚੰਗੀ ਹੋਵੇ, ਉਹ ਵਧੀਆ ਇਨਸਾਨ ਬਣ ਕੇ ਵਧੀਆ ਨੰਬਰ ਲੈ ਕੇ ਅਗਲੀ ਜਮਾਤ ਵਿੱਚ ਜਾਣ। ਇਸ ਕਰਕੇ ਬੱਚੇ ਨੂੰ ਸਮਝਾਉਣ ਲਈ ਤੇ ਪਹਿਲਾਂ ਤੋਂ ਸਜ਼ਾ ਜਿਹੜੀ ਆ ਹੈ। ਪਰ ਸਿਆਣੇ ਆਖਦੇ ਆ ਕਿ ਮਾਰਨ ਦਾ ਹੱਕ ਉਹਨਾਂ ਨੂੰ ਹੈ ਜੋ ਬੱਚੇ ਨੂੰ ਪਿਆਰ ਵੀ ਕਰਦੇ ਆ। ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ ਝਿੜਕਣ ਜਾਣਦੇ ਆ, ਪਿਆਰ ਕਰਨ ਨਹੀਂ ਜਾਣਦੇ, ਤਾਂ ਉਹ ਬੱਚੇ ਵੀ ਵਿਗੜ ਜਾਂਦੇ ਆ। ਅਜਿਹੇ ਬੱਚੇ ਵਿਗੜੇ ਫਿਰ ਵੱਡਾ ਜਿਹੜਾ ਜ਼ੁਲਮ ਕਰਦੇ ਆ, ਜਦੋਂ ਵੱਡਾ ਕੋਈ ਜ਼ੁਲਮ ਕਰ ਲੈਂਦੇ ਆ, ਆਪਣੇ ਕੱਦ ਨਾਲੋਂ ਵੱਡਾ ਕਰ ਲੈਂਦੇ ਆ, ਜਾਂ ਅਜਿਹੀ ਜੇ ਤੋਂ ਆਸ ਨਾ ਹੋਵੇ ਉਹ ਜ਼ੁਲਮ ਕਰ ਲੈਣ, ਉੱਥੇ ਫਿਰ ਅਦਾਲਤ ਉਹਨਾਂ ਨੂੰ ਸਜ਼ਾ ਦਿੰਦੀ ਆ। ਉਹ ਸਜ਼ਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਨੂੰ ਸੁਧਾਰ ਘਰਾਂ ਵਿੱਚ ਭੇਜਿਆ ਜਾਂਦਾ ਹੈ। ਕਈ ਸੁਧਰ ਕੇ ਆ ਜਾਂਦੇ ਆ, ਕਈ ਨਹੀਂ ਸੁਧਰਦੇ, ਇਹ ਅਗਲੀ ਗੱਲ ਆ। ਪਰ ਇਹ ਹਾਲੇ ਤੱਕ ਨਾਬਾਲਗ ਬੱਚਿਆਂ ਬਾਰੇ ਇਹੋ ਕਿਹਾ ਜਾ ਸਕਦਾ ਕਿ ਸੁਧਾਰ ਘਰ 'ਚ ਇਹਨਾਂ ਨੂੰ ਭੇਜਣ ਦਾ ਮਤਲਬ ਇਹ ਹੁੰਦਾ ਕਿ ਇਹ ਜੋ ਗਲਤੀ ਕੀਤੀ ਉੱਤੇ ਪਛਤਾਵਾ ਕਰਨ, ਆਪਣੇ ਆਪ ਨੂੰ ਸੁਧਾਰਨ, ਚੰਗੇ ਬਣਨ ਦੀ ਇਨਸਾਨ ਬਣ, ਚੰਗੇ ਬਣਨ ਲਈ ਇਹ ਆਪਣੀ ਕੋਸ਼ਿਸ਼ ਕਰਨ, ਤਾਂ ਕਿ ਚੰਗਾ ਸਮਾਜ ਬਣ ਸਕੇ, ਤਾਂ ਕਿ ਲੋਕ ਸ਼ਾਂਤੀ ਨਾਲ, ਪਿਆਰ ਨਾਲ ਰਹਿ ਸਕੇ। ਅਜਿਹਾ ਸਮਾਜ ਹੋ ਜਾਵੇ ਕਾਸ਼ ਕਿ ਜਿਹਦੇ ਵਿੱਚ ਸਾਰੇ ਮਿਲ ਕੇ ਤੇ ਕੰਮ ਕਰਨ, ਕੋਈ ਨਫ਼ਰਤ ਨਾ ਕਰੇ, ਕੋਈ ਜੁਰਮ ਨਾ ਕਰੇ। ਪਰ ਮਨੁੱਖ ਦੇ ਸੁਭਾਅ ਵਿੱਚ ਅਜਿਹਾ ਕੁਝ ਹੈ, ਇਹਨੂੰ ਟਾਈਮ ਲੱਗੇਗਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੇ ਬੱਚਿਆਂ ਨੂੰ, ਆਪਣੇ ਤੋਂ ਛੋਟਿਆਂ ਨੂੰ ਜਦੋਂ ਵੀ ਟਾਈਮ ਮਿਲੇ, ਜਦੋਂ ਵੀ ਤੁਸੀਂ ਉਹਨਾਂ ਲਈ ਕੋਈ ਮਿਸਾਲ ਬਣ ਸਕੋ, ਜਦੋਂ ਵੀ ਉਹਨਾਂ ਨੂੰ ਤੁਸੀਂ ਸਮਝਾ ਸਕੋ, ਉਦੋਂ ਹੀ ਉਹਨਾਂ ਨੂੰ ਸਿੱਖਿਆ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਕਾਨੂੰਨ ਦਾ ਵੀ ਡਰਾਵਾ ਦੇ ਕੇ ਤੇ ਮਾੜੇ ਕੰਮ ਦੇ ਮਾੜੇ ਸਿੱਟੇ ਹੁੰਦੇ ਆ, ਉਹਦਾ ਵੀ ਤੁਸੀਂ ਹਵਾਲਾ ਦੇ ਕੇ ਬੱਚੇ ਨੂੰ ਸੁਧਾਰਨ ਵੱਲ ਬਦਲਣ ਲਈ ਮਜਬੂਰ ਕਰ ਸਕਦੇ ਹੋ। ਤੇ ਆਖਰ ਵਿੱਚ ਮੈਂ ਇਹੋ ਹੀ ਗੱਲ ਸਾਰਿਆਂ ਨੂੰ ਕਹਿ ਸਕਦਾ ਕਿ ਜਿੱਦਾਂ ਕਿਸੇ ਔਰਤ ਦਾ ਸ਼ਾਦੀ ਹੋਣ ਤੋਂ ਬਾਅਦ ਜਿਹੜੇ ਲੋਕ ਔਰਤ ਨੂੰ ਗਿਫਟ ਦਿੰਦੇ ਆ ਜਾਂ ਘਰ ਦੇ ਦਿੰਦੇ ਆ, ਜਿਹਨੂੰ ਔਰਤ ਦਾ ਹੱਥ ਲੱਗ ਜਾਂਦਾ ਹੈ ਵੀ ਜਿਹੜੀ ਵਿਆਹੀ ਜਾ ਰਹੀ ਆ, ਉਹ ਸਾਰੀ ਚੀਜ਼ ਉਹਦਾ ਦਾਜ ਬਣ ਜਾਂਦੀ ਆ। ਇਸ ਕਰਕੇ ਛੋਟੇ ਬੱਚੇ ਨੂੰ, ਨਾਬਾਲਗ ਬੱਚੇ ਦੇ ਅਗਰ ਖਾਤੇ ਵਿੱਚ ਕੋਈ ਤੁਸੀਂ ਪੈਸਾ ਜਮ੍ਹਾਂ ਕਰਾ ਦਿਓ ਤੇ ਉਹਦੇ ਪੈਸੇ ਉਹਦਾ ਮਾਲਕ ਬਣ ਜਾਂਦਾ ਹੈ। ਕੋਈ ਜਾਇਦਾਦ ਉਹਦੇ ਨਾਂ ਲਵਾ ਦਿਓ ਤੇ ਉਹ ਮਾਲਕ ਬਣ ਜਾਂਦਾ ਹੈ। ਯਾਨੀ ਉਹਨੂੰ ਮਾਲਕ ਬਣਾਉਣ ਨੂੰ, ਉਹਨੂੰ ਚੀਜ਼ ਦੇਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਪਰ ਜੇ ਤੁਸੀਂ ਕਿਸੇ ਬੰਦੇ ਦੇ ਨਾਲ, ਬੱਚੇ ਦੇ ਨਾਲ ਲੱਖ ਰੁਪਈਆ ਵੀ ਜਮ੍ਹਾਂ ਕਰਾ ਸਕਦੇ ਆ, ਪਰ ਯਾਦ ਰੱਖੋ ਉਹਦੇ ਵਿੱਚੋਂ ਤੁਸੀਂ 100 ਰੁਪਈਆ ਵੀ ਨਹੀਂ ਕਢਾ ਸਕਦੇ ਬਿਨਾਂ ਆਗਿਆ ਤੋਂ। ਇਸ ਕਰਕੇ ਬੱਚਾ ਜਿਹੜਾ ਹੈ ਪਹਿਲਾਂ ਜਿੱਥੇ ਉਹ ਮਾਲਕ ਬਣਦਾ ਹੈ ਜੋ ਉਹਦੇ ਬਾਪ ਦੀ, ਬਾਬੇ ਦੀ ਜਾਇਦਾਦ ਹੈ, ਜੱਦੀ ਜਾਇਦਾਦ ਹੈ, ਤੇ ਉਸ ਤੋਂ ਬਾਅਦ ਜਿਹੜੇ ਉਹਨੂੰ ਗਿਫਟ ਮਿਲਦੇ ਆ ਜਾਂ ਉਹਦੇ ਰਿਸ਼ਤੇਦਾਰ ਦਿੰਦੇ ਆ, ਤੇ ਜਦੋਂ ਬੱਚਾ ਹੁੰਦਾ ਉਹਦੇ ਨਾਂ ਜਮ੍ਹਾਂ ਹੋ ਜਾਂਦੇ ਆ, ਉਹਦੇ ਨਾਂ ਲੱਗ ਜਾਂਦੇ ਆ, ਤੇ ਉਹਦਾ ਵੀ ਉਹ ਐਬਸੋਲੂਟ ਮਾਲਕ ਬਣ ਜਾਂਦਾ ਹੈ।